कि जे झूठ बोलोगे तो असीं आए खड़े पहला इत्थे पटियाले दे विच, फिर असीं चंडीगढ़ ते फिर घर भी घेरांगे। ਕਹਿੰਦੇ ਸੰਗਰੂਰ ਦੇ ਵਿੱਚੋਂ ਭਗਵੰਤ ਮਾਨ ਦੇ ਘਰ ਦੇ ਬਾਹਰੋਂ ਬਹੁਤੇ ਧਰਨੇ ਉਠਾ ਦਿੱਤੇ ਕਿ ਡੰਡਿਆਂ ਦੇ ਨਾਲ, ਜਿਹੜੇ ਡੰਡੇ ਨਾਲ ਉੱਥੇ ਡੰਡੇ ਨਾਲ, ਜੇ ਦੂਜੇ ਨਾਲ ਧੱਕੇ ਨਾਲ ਤੇ ਧੱਕੇ ਨਾਲ। ਕਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਧਰਨੇ ਤੇ ਬੈਠਣ ਹੀ ਨਹੀਂ ਦੇਣਾ, ਕਿਸੇ ਦੀ ਚੁੰਨੀ ਨਹੀਂ ਉਤਰੂਗੀ, ਕਿਸੇ ਦੀ ਪੱਗ ਨਹੀਂ ਉਤਰੂਗੀ, ਚੰਗਾ ਛਿਤਰੌਲ ਹੋਇਆ। देखो स्टेजां ते नाटक करने ते वो कॉमेडी करनी ते जिहड़ी चीफ मिनिस्ट्री करनी ਉਹਦਾ जिमी समान ਦਾ ਫਰਕ ਆ। ਆਮ ਆਦਮੀ ਕਲੀਨਿਕ, ਆਮ ਆਦਮੀ ਪਾਰਟੀ, ਆਮ ਆਦਮੀ ਕਰਦੇ ਆ ਤੇ ਆਮ ਆਦਮੀ ਤੇ ਸੜਕਾਂ ਤੇ ਬੈਠੇ ਆ, ਤੁਸੀਂ ਉਹਨਾਂ ਨੂੰ ਡੰਡੇ ਮਾਰਦੇ ਆ। ਹੁਣ ਮਨਵਿੰਦਰ ਸਿੰਘ ਗਿਆਸਪੁਰਾ ਦਾ ਉਹ ਵੀ ਆਇਲਸ ਵਾਲੀ ਬੀਬੀ ਦੇ ਨਾਲ ਪੇਚਾ ਪਾ ਕੇ ਬੈਠੇ ਨੇ। ਇਹ ਵੱਖ-ਵੱਖ ਆਗੂਆਂ ਦੀਆਂ ਜਿਹੜੀਆਂ ਵੱਖ-ਵੱਖ ਚੀਜ਼ਾਂ ਸਾਹਮਣੇ ਆ ਰਹੀਆਂ, ਪ੍ਰੋਫੈਸਰ ਤੁਹਾਡੀ ਵੀ ਨਜ਼ਰ ਹੋਣੀ ਹੈ। ਪਹਿਲਾਂ ਤਾਂ ਕਹਿੰਦੇ ਸੀ ਕਿ ਅਸੀਂ ਕੱਟੜ ਇਮਾਨਦਾਰ ਬੰਦੇ ਚੱਕੇ ਨੇ, ਤੇ ਹੁਣ ਇਹ ਕੱਟੜ ਇਮਾਨਦਾਰੀ ਨਜ਼ਰ ਆ ਰਹੀ ਹੈ ਤੇ ਕੱਟੜ ਹੋਰ ਕੁਝ ਨਜ਼ਰ ਆ ਰਿਹਾ। ਦੇਖੋ ਇਹ ਝਟਕਾ ਜਿਹਾ ਤੇ ਪਹਿਲਾਂ ਭਗਵੰਤ ਮਾਨ ਤੋਂ ਵੀ ਲੋਕਾਂ ਨੂੰ ਲੱਗਾ, ਪਰ ਉਹ ਫੁਸਰ ਕਰਕੇ ਥੱਲੇ ਗੱਲ ਰਹਿ ਗਈ। ਉਹ ਦੇਖੋ ਜੀ ਨਿਊਯਾਰਕ ਦੇ ਵਿੱਚ ਸਾਡਾ ਐਜੂਕੇਸ਼ਨ ਦੇ ਮਾਡਲ ਦਾ ਇੱਕ ਬੜੀ ਵੱਡੀ ਖਬਰ ਲੱਗ ਗਈ, ਦੁਨੀਆ 'ਚ, ਸਾਰੀ ਦੁਨੀਆ 'ਚ ਚਰਚਾ ਹੋ ਗਈ। ਕੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਫਿਰਦੇ ਆ? ਕਿਹੜੀ ਚਰਚਾ ਹੋ ਗਈ ਹੈ ਵੀ ਮੈਨੂੰ ਦੱਸੇ ਸਾਰੀ ਦੁਨੀਆ? ਜਾ ਕੇ ਪੁੱਛੋ ਕਿਸੇ ਨੂੰ, ਆਪ ਜਾ ਕੇ ਪਿੰਡ 'ਚ ਪੁੱਛੋ ਪੰਜਾਬ ਦੇ ਵਿੱਚ ਵੀ ਉਹ ਕੇਜਰੀਵਾਲ ਦਾ ਤੁਸੀਂ ਸਿੱਖਿਆ ਦਾ ਮਾਡਲ ਜਾਣਦੇ ਹੋ? ਕੌਣ ਕੇਜਰੀਵਾਲ, ਕਿਹੜਾ ਮਾਡਲ? ਐਵੇਂ ਹੀ ਆਪਣੇ ਆਪ ਦੀ ਇੰਨੀ ਮਸ਼ਹੂਰੀ ਕਰ ਜਾਣੀ, ਮੇਰਾ ਮਾਲ ਖਰੀਦੋ, ਮੇਰਾ ਮਾਲ ਖਰੀਦੋ। ਵੀ ਦਿੱਲੀ ਨਾ ਹੋ ਗਿਆ ਕਿਤੇ ਲੰਡਨ ਬਣਾਤਾ ਹੋਇਆ ਜਾਂ ਪੈਰਿਸ ਬਣਾਤਾ ਹੋਇਆ, ਉੱਥੇ ਰਹਿਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਇੰਨੀ ਪੋਲਿਊਸ਼ਨ ਆ, ਇੰਨੀ ਗੁਰਬਤ ਆ, ਇੰਨੀ ਨਸ਼ੇ ਆ, ਇੰਨਾ ਬੁਰਾ ਹਾਲ। ਜਾ ਕੇ ਤੁਸੀਂ ਸਲੰਮ ਝੁੱਗੀ ਝੌਂਪੜੀ 'ਚ ਜਾ ਕੇ ਤੇ ਦੇਖੋ ਕੀ ਹਾਲ ਆ। ਕਾਂਗਰਸ ਦੀ ਗੱਲ ਕਰ ਲਈਏ, ਧਰਨਿਆਂ ਦੇ ਰਾਹ ਤੇ ਪਈ ਹੋਈ ਹੈ, ਪਰ ਨਾਲ ਦੀ ਨਾਲ ਉਹਨਾਂ ਦੇ ਸਾਬਕਾ ਮੰਤਰੀ ਜਿਹੜੇ ਨੇ ਉਹ ਕਹਿੰਦੇ ਨਿਸ਼ਾਨੇ ਤੇ ਨੇ, ਸਬੂਤ ਸਾਹਮਣੇ ਆ ਰਹੇ ਨੇ। ਪਰ ਭੂਸ਼ਣ ਦਾ ਅਸੀਂ ਜ਼ਿਕਰ ਕਰ ਲਈਏ, ਹੋਰ ਮੰਤਰੀਆਂ ਦਾ ਜ਼ਿਕਰ ਕਰ ਲਈਏ, ਕਹਿੰਦੇ ਰਡਾਰ ਤੇ ਨੇ। ਜੋ ਅੱਜ ਅਸੀਂ ਭੁਗਤ ਰਹੇ ਹਾਂ ਬੀਜੇਪੀ ਦੇ ਵੱਲੋਂ, ਉਹਦੀ ਸਾਰੀ ਜ਼ਮੀਨ ਕਾਂਗਰਸ ਨੇ ਤਿਆਰ ਕੀਤੀ। ਮੈਂ ਇਹਦੋਂ ਵੱਧ ਕੀ ਕਹਾਂ। ਤੇ ਜਰਨੈਲ ਨੂੰ ਜ਼ਮਾਨਤ ਦੀਆਂ ਚਰਚਾਵਾਂ ਚੱਲ ਰਹੀਆਂ, ਤੇ ਦੂਜੇ ਪਾਸੇ ਅਕਾਲੀ ਦਲ ਇਸ ਵੇਲੇ ਵੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲੇ ਵੀ ਪ੍ਰਧਾਨਗੀ ਦੀ ਜਿਹੜੀ ਚੋਟ ਹੈ ਉਹ ਵੱਜ ਰਹੀ ਹੈ ਕਿ ਪ੍ਰਧਾਨਗੀ ਕੋਈ ਹੋਰ ਕਿਸੇ ਦੇ ਹੱਥ ਹੋਣੀ ਚਾਹੀਦੀ। ਮਨਪ੍ਰੀਤ ਦਿਆਲੀ ਜ਼ਿਕਰ ਕਰ ਰਹੇ ਨੇ। ਕੁਛ ਨਾ ਕੁਛ ਤੇ ਇਹਨਾਂ ਨੂੰ ਉਹ ਜੇ ਇਹਨਾਂ ਨੇ ਪਾੜਾ ਜਿਹੜਾ ਪੈ ਗਿਆ ਲੋਕਾਂ ਦੇ ਵਿੱਚ ਤੇ ਇਹਨਾਂ ਦੀ ਰਾਜਨੀਤੀ ਵਿੱਚ, ਜਾਂ ਇਹਨਾਂ ਦੇ ਵਿੱਚ ਫਰਕ ਪੈ ਚੁੱਕਾ, ਉਹਨੂੰ ਪਾੜੇ ਨੂੰ ਪੂਰਨ ਲਈ ਜਦ ਤੱਕ ਇਹ ਥੋੜਾ ਸੜਕਾਂ ਤੇ ਖੂਨ ਨਹੀਂ ਬਹਾਉਂਦੇ, ਕੁਰਬਾਨੀ ਨਹੀਂ ਕਰਦੇ। ਇਹਨਾਂ ਨੂੰ ਮੌਕੇ ਬਹੁਤ ਸੀ, ਕਰ ਸਕਦੇ। ਕਿਸਾਨਾਂ ਵੇਲੇ ਮੌਕੇ 6 ਮਹੀਨੇ ਉੱਥੇ ਡਾਂਗਾ ਖਾਂਦੇ ਬੀਜੇਪੀ ਦੀਆਂ, ਆਪੇ ਸਾਰਾ ਠੀਕ ਹੋ ਜਾਣਾ ਹੈ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੰਜਾਬ ਦੀ ਸਿਆਸਤ ਦੇ ਵਿੱਚ ਵੱਖ-ਵੱਖ ਮਸਲੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਅਸੀਂ ਲਗਾਤਾਰ ਇਹ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੀ ਸਰਕਾਰ ਕੀ ਕੁਝ ਕਰ ਰਹੀ ਹੈਗੀ ਹੈ, ਕਿਉਂਕਿ 5 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ। ਬਹੁਤ ਸਾਰੀਆਂ ਚੀਜ਼ਾਂ ਇਹ ਕਹੀਆਂ ਗਈਆਂ ਸੀਗੀਆਂ ਕਿ 5-6 ਮਹੀਨਿਆਂ ਦੇ ਵਿੱਚ ਕਰ ਲਈਆਂ ਜਾਣਗੀਆਂ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ ਗੱਲਬਾਤ ਕਰਨੀ ਹੈ। ਕੁਝ ਮਸਲੇ ਨੇ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਨੇ, ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ, ਅਕਾਲੀ ਦਲ ਨਾਲ ਜੁੜੇ ਹੋਏ ਨੇ, ਤੇ ਭਾਜਪਾ ਦੇ ਨਾਲ ਵੀ, ਖਾਸ ਕਰਕੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਹਾਲ ਹੀ ਦੇ ਵਿੱਚ ਫੇਰੀ ਪੰਜਾਬ ਦੀ ਕਰਕੇ ਗਏ। ਬਹੁਤ ਸਾਰੀਆਂ ਆਸਾਂ ਸੀਗੀਆਂ ਕਿ ਆਸਾਂ ਨੂੰ ਬੂਰ ਪਿਆ ਜਾਂ ਨਹੀਂ। ਪ੍ਰੋਫੈਸਰ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਦੇ 5 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ, 6 ਮਹੀਨੇ ਵੀ ਹੋ ਜਾਣੇ ਨੇ। ਬਹੁਤ ਸਾਰੀਆਂ ਚੀਜ਼ਾਂ ਕਹੀਆਂ ਗਈਆਂ ਸੀ 6 ਮਹੀਨਿਆਂ ਦੇ ਵਿੱਚ ਪੂਰੀਆਂ ਹੋ ਜਾਣਗੀਆਂ। ਮਹਾਰਾਣੀ ਪ੍ਰਨੀਤ ਕੌਰ ਵੀ ਸੜਕਾਂ ਤੇ ਬੈਠੀ ਨਜ਼ਰ ਆਈ, ਕਹਿੰਦੇ ਕਿ 1000 ਰੁਪਏ ਦੇ ਦਿਓ ਸਾਡਾ। ਨਹੀਂ, ਉਹ ਤੇ ਵਿਚਾਰੀ ਮੈਨੂੰ ਲੱਗਦਾ ਵਾ ਕਾਫੀ ਆਰਥਿਕ ਤੌਰ ਤੇ ਟੁੱਟ ਗਏ 6 ਮਹੀਨਿਆਂ 'ਚ ਹੀ ਲੱਗਦਾ। ਤੇ ਅਜੇ ਤੇ ਸਰਕਾਰ 6 ਮਹੀਨੇ ਹੀ ਗਈ ਹੈ। ਪਰ ਇੱਕ ਮੇਰਾ ਖਿਆਲ ਹੈ ਜੀ ਵੀ MP ਹੈਗੇ ਆ, ਉਹ ਇੰਨੀ ਵੀ ਤੇ ਨਹੀਂ ਤੋੜ ਆਉਣੀ ਚਾਹੀਦੀ। ਪਰ ਅਜੀਬ ਜਿਹਾ ਤਾਂ ਲੱਗਦਾ ਸੀ ਮੈਨੂੰ, 1000 ਰੁਪਈਆ ਦਿਓ, ਮੈਨੂੰ 1000 ਰੁਪਈਆ। ਸਭ ਤੋਂ ਅੱਗੇ ਉਹ ਨਾਰੇ ਲਾ ਰਹੇ ਸੀ, ਪਰ ਜਿੱਥੋਂ ਤੱਕ ਉਹਨਾਂ ਨੇ ਆਵਾਜ਼ ਉਠਾਈ ਹੱਕ ਸੱਚ ਦੀ ਆਪਣੇ ਦੀ, ਉਹ ਠੀਕ ਸੀ। ਉਹ ਸਾਰੀਆਂ ਬੀਬੀਆਂ ਭੈਣਾਂ ਨੂੰ ਨਾਲ ਲੈ ਕੇ ਉਹਨਾਂ ਨੇ ਪੂਰੀ ਆਪਣੀ ਰਾਜਨੀਤਿਕ ਦਬਦਬਾ ਤੇ ਉਦਣ ਦਮਗਜਾ ਵੀ ਮਾਰਿਆ ਹੈਗਾ। ਉਹਦੇ ਨਾਲ ਸਰਕਾਰ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਤੇ ਘੱਟੋ ਘੱਟ ਸੁਨੇਹਾ ਸਾਫ਼ ਚਲੇ ਗਿਆ ਕਿ ਜੇ ਝੂਠ ਬੋਲੋਗੇ ਤੇ ਅਸੀਂ ਆਏ ਖੜੇ ਪਹਿਲਾਂ ਇੱਥੇ ਪਟਿਆਲੇ ਦੇ ਵਿੱਚ, ਫਿਰ ਅਸੀਂ ਚੰਡੀਗੜ੍ਹ ਤੇ ਫਿਰ ਘਰ ਵੀ ਘੇਰਾਂਗੇ। ਭਗਵੰਤ ਮਾਨ ਦਾ ਇਹ ਸੁਨੇਹਾ ਉਹਨਾਂ ਨੇ ਸਾਫ਼ ਪ੍ਰਨੀਤ ਕੌਰ ਨੇ ਉਦਣ ਦਿੱਤਾ। ਸਰ ਇੱਕ ਬੜੀ ਅਹਿਮ ਚੀਜ਼ ਤੁਹਾਡੇ ਧਿਆਨ ਦੇ ਵਿੱਚ ਵੀ ਆਈ ਹੋਣੀ ਹੈ, ਧਰਨੇ ਪਹਿਲਾਂ ਕਿਉਂਕਿ ਬਠਿੰਡੇ ਲੱਗਦੇ ਹੁੰਦੇ ਸੀਗੇ, ਫਿਰ ਪਟਿਆਲਾ, ਫਿਰ ਹੁਣ ਸੰਗਰੂਰ ਵਾਲੇ ਪਾਸੇ ਹੋ ਗਏ। ਕਹਿੰਦੇ ਸੰਗਰੂਰ ਦੇ ਵਿੱਚੋਂ ਭਗਵੰਤ ਮਾਨ ਦੇ ਘਰ ਦੇ ਬਾਹਰੋਂ ਬਹੁਤੇ ਧਰਨੇ ਉਠਾ ਦਿੱਤੇ ਕਿ ਡੰਡਿਆਂ ਦੇ ਨਾਲ, ਜਿਹੜੇ ਡੰਡੇ ਨਾਲ ਉੱਥੇ ਡੰਡੇ ਨਾਲ, ਜੇ ਦੂਜੇ ਨਾਲ ਧੱਕੇ ਨਾਲ ਤੇ ਧੱਕੇ ਨਾਲ। ਲੱਗਦਾ ਕਿ ਕਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਧਰਨੇ ਤੇ ਬੈਠਣ ਹੀ ਨਹੀਂ ਦੇਣਾ, ਕਿਸੇ ਦੀ ਚੁੰਨੀ ਨਹੀਂ ਉਤਰੂਗੀ, ਕਿਸੇ ਦੀ ਪੱਗ ਨਹੀਂ ਉਤਰੂਗੀ, ਚੰਗਾ ਛਿਤਰੌਲ ਹੋਇਆ ਉਹਦਾ। ਦੇਖੋ ਸਟੇਜਾਂ ਤੇ ਨਾਟਕ ਕਰਨੇ ਤੇ ਉਹ ਕਾਮੇਡੀ ਕਰਨੀ ਤੇ ਜਿਹੜੀ ਚੀਫ ਮਿਨਿਸਟਰੀ ਕਰਨੀ, ਉਹਦਾ ਜਿਮੀ ਸਮਾਨ ਦਾ ਫਰਕ ਆ। ਪਰ ਮੈਂ ਦੇਖਦਾ ਕਈ ਵਾਰੀ ਭਗਵੰਤ ਮਾਨ ਅਜੇ ਵੀ ਉਸ ਮੋਡ ਚੋਂ ਬਾਹਰ ਆ ਨਹੀਂ ਰਹੇ।
ਕਾਮੇਡੀ ਵਾਲੇ, ਉਹਨਾਂ ਨੂੰ ਲੱਗਦਾ ਕਿ ਅਜੇ ਵੀ ਇਹ ਲੋਕਾਂ ਨੂੰ ਤਾਲੀਆਂ ਵਜਾ ਕੇ ਕੰਮ ਬਸ ਹੋ ਜਾਣਾ, ਬੇਵਕੂਫ ਬਣਾਉਣਾ। ਉਹ ਇਸ ਤਰ੍ਹਾਂ ਨਹੀਂ ਚੱਲਣਾ ਹੈ। ਇਹ ਆਮ ਲੋਕਾਂ ਦੀ ਸਰਕਾਰ ਆ। ਆਮ ਆਦਮੀ ਕਲੀਨਿਕ, ਆਮ ਆਦਮੀ ਪਾਰਟੀ, ਆਮ ਆਦਮੀ ਕਰਦੇ ਆ, ਤੇ ਆਮ ਆਦਮੀ ਤੇ ਸੜਕਾਂ ਤੇ ਬੈਠੇ ਆ, ਤੁਸੀਂ ਉਹਨਾਂ ਨੂੰ ਡੰਡੇ ਮਾਰਦੇ ਆ। ਉਹ ਤੇ ਨਹੀਂ ਚੱਲੂਗਾ, ਇਹਨਾਂ ਨੂੰ ਮਹਿੰਗਾ ਪਊਗਾ। ਇੱਕ ਗੱਲ ਮੈਂ ਇੱਥੇ ਤੁਹਾਨੂੰ ਦੱਸਣੀ ਚਾਹੁੰਦਾ ਕਿ ਲੋਕ, ਮੈਂ ਪੁੱਛਦਾ ਰਹਿਣਾ ਲੋਕਾਂ ਨੂੰ, ਕੋਈ ਉਹ ਥੱਲੇ ਪਿੰਡਾਂ 'ਚ ਜਿਹੜੇ ਵੀ ਫੋਨ ਆਉਂਦੇ ਵੀ ਕਿਵੇਂ ਆਮ ਆਦਮੀ ਚੱਲ ਰਹੀ ਹੈ, ਉਹ ਕਹਿੰਦੇ ਆ ਜੀ ਕੁਛ ਤੇ ਬੁੱਕਲ, ਚੋਰ ਦੀ ਮਾਂ ਬੁੱਕਲ 'ਚ ਮੂੰਹ ਵੀ। ਪਹਿਲਾਂ ਤੇ ਬੜੀਆਂ ਪੂਛਾਂ ਚੁੱਕੀਆਂ ਸੀਗੀਆਂ ਵੀ ਆਹ ਹੋਊ ਆਹ ਹੋਊ ਆਹ ਹੋਊ, ਬੜੀਆਂ ਉਮੀਦਾਂ ਸੀਗੀਆਂ, ਤੇ ਉਹ ਤੇ ਹੁਣ ਉਮੀਦਾਂ ਟੁੱਟ ਗਈਆਂ। ਹੁਣ ਇਹ ਤੇ ਨਹੀਂ ਕਹਿੰਦੇ ਵੀ ਉਹ ਮਾੜੀ ਆ, ਵੀ ਹੁਣ ਚੁੱਪ ਜੇ ਹੋ ਗਏ, ਪਰ ਕੁਛ ਕੁ ਬੰਦੇ ਉਹਨਾਂ 'ਚੋਂ ਬਾਗੀ ਹੋ ਕੇ ਵੋਕਲ ਹੋਣੇ ਵੀ ਸ਼ੁਰੂ ਹੋ ਗਏ ਆ। ਇਹ ਖਤਰੇ ਦੀ ਘੰਟੀ ਆ ਭਗਵੰਤ ਮਾਨ ਲਈ, ਵੀ ਉਹ ਡਰਾਮੇਬਾਜ਼ੀ ਛੱਡ ਕੇ ਅਸਲੀਅਤ 'ਚ ਆ ਜਾਣਾ ਚਾਹੀਦਾ। ਬੜੀ ਅਹਿਮ ਚੀਜ਼, ਵੱਖ-ਵੱਖ ਆਗੂਆਂ ਨੂੰ ਲੈ ਕੇ ਵੀ ਚਰਚਾਵਾਂ ਲਗਾਤਾਰ ਛਿੜੀਆਂ ਨੇ। ਪਹਿਲਾਂ ਜੋੜੇ ਮਾਜਰ ਹੋਰਾਂ ਦਾ ਕੇਸ ਆਇਆ, ਫਿਰ ਹੋਰ ਐਮਐਲਏ ਜਿਹੜੇ ਨੇ ਉਹ ਆਪਣੀਆਂ ਧਰਮ ਪਤਨੀਆਂ ਨਾਲ, ਇੱਕ ਅਸੀਂ ਕਹਿੰਦੇ ਹੁੰਦੇ ਇੱਕ ਧਰਮ ਪਤਨੀ ਦੋ ਪਤਨੀਆਂ ਨਿਕਲ ਆਈਆਂ, ਤੇ ਕੇਸ ਬੜਾ ਉਸ ਤਰੀਕੇ ਨਾਲ ਉਲਝਿਆ ਰਿਹਾ। ਹੁਣ ਮਨਵਿੰਦਰ ਸਿੰਘ ਗਿਆਸਪੁਰਾ ਦਾ, ਉਹ ਵੀ ਆਇਲਸ ਵਾਲੀ ਬੀਬੀ ਦੇ ਨਾਲ ਪੇਚਾ ਪਾ ਕੇ ਬੈਠੇ ਨੇ। ਇਹ ਵੱਖ-ਵੱਖ ਆਗੂਆਂ ਦੀਆਂ ਜਿਹੜੀਆਂ ਵੱਖ-ਵੱਖ ਚੀਜ਼ਾਂ ਸਾਹਮਣੇ ਆ ਰਹੀਆਂ, ਪ੍ਰੋਫੈਸਰ ਸਾਹਿਬ ਤੁਹਾਡੀ ਵੀ ਨਜ਼ਰ ਹੋਣੀ ਹੈ। ਪਹਿਲਾਂ ਤਾਂ ਕਹਿੰਦੇ ਸੀ ਕਿ ਅਸੀਂ ਕੱਟੜ ਇਮਾਨਦਾਰ ਬੰਦੇ ਚੱਕੇ ਨੇ, ਤੇ ਹੁਣ ਇਹ ਕੱਟੜ ਇਮਾਨਦਾਰੀ ਨਜ਼ਰ ਆ ਰਹੀ ਹੈ ਤੇ ਕੱਟੜ ਹੋਰ ਕੁਝ ਨਜ਼ਰ ਆ ਰਿਹਾ? ਤੇ ਕੋਈ ਝਟਕਾ ਜਿਹਾ ਤੇ ਪਹਿਲਾਂ ਭਗਵੰਤ ਮਾਨ ਤੋਂ ਵੀ ਲੋਕਾਂ ਨੂੰ ਲੱਗਾ, ਪਰ ਉਹ ਫੁਸਰ ਕਰਕੇ ਥੱਲੇ ਗੱਲ ਰਹਿ ਗਈ। ਜਿਹੜੀ ਇੱਕ ਦੂਜੇ ਐਮਐਲਏ ਦੀ ਹੋਈ ਸੀਗੀ, ਉਹ ਤੇ ਫਿਰ ਉਹਨੇ ਤੇ ਦੇਖੋ ਮਾਫੀ ਵੀ ਮੰਗ ਲਈ, ਕਹਿੰਦਾ ਗਲਤੀ ਹੋ ਗਈ, ਮੈਨੂੰ ਮੇਰੀ ਪਹਿਲੀ ਬੀਵੀ ਦਾ ਅਫਸੋਸ, ਜਿਹੜੀ ਹਾ ਮਾਰ ਗਈ ਮੈਨੂੰ, ਉਹਨਾਂ ਨੇ ਕਿਹਾ ਮੈਨੂੰ ਮਾਫੀ ਦੇ ਦਿਓ। ਇਸ ਕਰਕੇ ਦੂਜੀ ਨੇ ਜਿਹੜੀ ਕੀਤੀ ਸੀ ਦੂਜਾ ਵਿਆਹ, ਵੈਸੇ ਤੇ ਉਹ ਇਲੀਗਲ ਵਿਆਹ ਆ, ਦੋ ਹੋ ਹੀ ਨਹੀਂ ਸਕਦੇ ਸਾਡੇ ਕਾਨੂੰਨ ਦੇ ਮੁਤਾਬਕ। ਹਾਂ, ਇਹਨਾਂ ਗੱਲਾਂ ਤੋਂ ਦੇਖੋ, ਇਹ ਗੱਲਾਂ ਲੋਕ ਦੱਬ ਦੁੱਬ ਦਿੰਦੇ ਆ, ਜਾਣੀ ਬਹੁਤੇ ਗੌਲਦੇ ਨਹੀਂ। ਨਿੱਜੀ ਜੀਵਨ ਆ ਕਿਸੇ ਦਾ, ਠੀਕ ਹੈ ਨਾ, ਚੰਗਾ ਮਾੜਾ ਜੋ ਵੀ ਹੈ। ਜੇ ਸਰਕਾਰ ਕੰਮ ਕਰੇ ਫਿਰ ਇਹ ਦੱਬੇ ਜਾਂਦੇ, ਫਿਰ ਲੋਕ ਨਹੀਂ ਗੌਲਦੇ ਵੀ ਕੀ ਲੈਣਾ ਸੀ, ਕੀ ਲੈਣਾ ਬਈ, ਇੰਜ ਕਹਿ ਦਿੰਦੇ ਆ। ਪਰ ਜੇ ਕੰਮ ਵੀ ਨਾ ਕਰਨ ਤੇ ਹਾਂ ਕੰਮ ਉਲਟੇ ਕਰੀ ਜਾਣ, ਫਿਰ ਇਹ ਵੀ ਚੀਜ਼ਾਂ ਲੋਕਾਂ ਨੂੰ ਮੁੱਖ ਲੱਗਦੀਆਂ, ਵੱਡੀਆਂ ਲੱਗਦੀਆਂ। ਇਹ ਵੀ ਇਹਨਾਂ ਨੂੰ ਰਾਜਨੀਤਿਕ ਕੀਮਤ ਇਹਨਾਂ ਦੀ ਤਾਰਨੀ ਪੈ ਸਕਦੀ ਹੈ। ਇਸ ਲਈ ਇਹ ਗੱਲਾਂ ਤੇ ਜਿੰਨਾ ਪਰਹੇਜ਼ ਰੱਖਣਗੇ ਉਂਝ ਇਹਨਾਂ ਲਈ ਚੰਗਾ ਰਹੂਗਾ। ਗਰੰਟੀਆਂ ਪੰਜਾਬ 'ਚ ਦਿੱਤੀਆਂ ਤਾਂ ਸਰਕਾਰ ਬਣ ਗਈ, ਹੁਣ ਦੂਜੇ ਸੂਬਿਆਂ ਦੇ ਵਿੱਚ ਵੀ ਭਗਵੰਤ ਮਾਨ ਜਾ ਰਹੇ ਨੇ ਗਰੰਟੀਆਂ ਦੇਣ। ਲੱਗਦਾ ਕਿ ਗਰੰਟੀਆਂ ਪੰਜਾਬ ਦੇ ਵਿੱਚ ਹਲੇ ਪੂਰੀਆਂ ਨਹੀਂ ਹੋਈਆਂ ਤੇ ਦੂਜੇ ਸੂਬਿਆਂ ਵਾਲਿਆਂ ਨੂੰ ਦਿੱਤੀਆਂ ਮੈਂ ਤੁਹਾਨੂੰ ਦੱਸਾਂ, ਜੇ ਤੁਸੀਂ ਵੀ ਧਿਆਨ ਨਾਲ ਦੇਖੋ ਭੋਗਲ ਜੀ, ਇਹ ਤੇ ਨਾ ਜਿਸ ਤਰ੍ਹਾਂ ਅੱਜ ਕੰਪਨੀਆਂ ਨਹੀਂ ਹੁੰਦੀਆਂ ਕੱਪੜਿਆਂ ਵਾਲੀਆਂ ਜਾਂ ਕੋਈ ਹੋਰ ਚੀਜ਼ਾਂ ਵੇਚਣ ਵਾਲੀਆਂ, ਮਸ਼ੀਨਰੀ ਵੇਚਣ ਵਾਲੀਆਂ, ਖਾਸ ਕਰਕੇ ਜਿੱਥੇ ਟੀਵੀ ਦੇ ਉੱਤੇ ਪੁੜਕ ਕੇ ਜਾਣੀ ਉਹ ਵੇਚਣ ਵਾਲੀਆਂ ਆਉਂਦੀਆਂ ਜਾਂ ਵੇਚਣ ਵਾਲੇ ਆਉਂਦੇ ਆ, ਬਿਲਕੁਲ ਕੇਜਰੀਵਾਲ ਉਸ ਤਰਜ਼ ਤੇ ਆਪਣੀ ਪਾਰਟੀ ਦੀ ਪੋਲਿਟਿਕਸ ਦੀ ਗੱਲ ਕਰਦਾ। ਇਹ ਤੇ ਮੈਂ ਹੁਣ ਨੇੜਿਓਂ ਦੇਖ ਰਿਹਾ ਉਹਨੂੰ ਕਿ ਬਹੁਤ ਹੀ ਨੀਵੇਂ ਪੱਧਰ ਤੇ ਆ ਜਾਂਦੇ ਆਪਣੀ ਗੱਲ ਕਰਨ ਲਈ। ਉਹ ਦੇਖੋ ਜੀ, ਨਿਊਯਾਰਕ ਦੇ ਵਿੱਚ ਸਾਡਾ ਐਜੂਕੇਸ਼ਨ ਦੇ ਮਾਡਲ ਦਾ ਇੱਕ ਵੱਡੀ ਵੱਡੀ ਖਬਰ ਲੱਗ ਗਈ, ਦੁਨੀਆ 'ਚ, ਸਾਰੀ ਦੁਨੀਆ 'ਚ ਚਰਚਾ ਹੋ ਗਈ। ਕੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਫਿਰਦੇ ਆ? ਕਿਹੜੀ ਚਰਚਾ ਹੋ ਗਈ? ਵੀ ਮੈਨੂੰ ਦੱਸੇ ਸਾਰੀ ਦੁਨੀਆ, ਜਾ ਕੇ ਪੁੱਛੋ ਕਿਸੇ ਨੂੰ, ਆਪ ਜਾ ਕੇ ਪਿੰਡ 'ਚ ਪੁੱਛੋ ਪੰਜਾਬ ਦੇ ਵਿੱਚ ਵੀ ਉਹ ਕੇਜਰੀਵਾਲ ਦਾ ਤੁਸੀਂ ਸਿੱਖਿਆ ਦਾ ਮਾਡਲ ਜਾਣਦੇ ਹੋ? ਕੌਣ ਕੇਜਰੀਵਾਲ, ਕਿਹੜਾ ਮਾਡਲ? ਐਵੇਂ ਹੀ ਆਪਣੇ ਆਪ ਦੀ ਇੰਨੀ ਮਸ਼ਹੂਰੀ ਕਰ ਜਾਣੀ, ਮੇਰਾ ਮਾਲ ਖਰੀਦੋ, ਮੇਰਾ ਮਾਲ ਖਰੀਦੋ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਹ ਮੇਰਾ ਖਿਆਲ ਲੋੜ ਤੋਂ ਬਹੁਤ ਕਈ ਗੁਣਾ ਜ਼ਿਆਦਾ ਹੋ ਗਿਆ। ਕੱਲ ਕੀ ਜਾ ਕੇ ਅਸੈਂਬਲੀ 'ਚ ਕੀਤਾ, ਇੱਕ ਜੀ ਸੀਰੀਅਲ ਕਿਲਰ ਆ ਗਿਆ ਇੱਥੇ ਸਾਡੇ, ਉਹਨਾਂ ਨੇ ਪਹਿਲਾਂ 11 ਸਰਕਾਰਾਂ ਤੋੜੀਆਂ। ਗੱਲਾਂ ਠੀਕ ਆ, ਪਰ ਜਿਸ ਤਰਜ਼ ਦੇ ਵਿੱਚ ਔਰ ਜਿਸ ਭਾਸ਼ਾ ਦੇ ਵਿੱਚ ਤੁਸੀਂ ਕਰ ਰਹੇ ਆ, ਕਿ ਜਿਵੇਂ ਤੁਸੀਂ ਤੇ ਦੂਸਰੀ ਦੁਨੀਆ ਤੋਂ ਐ ਦੁੱਧ ਦੇ ਧੋਤੇ ਪਾ ਇੱਕਦਮ 24 ਕੈਰਟ ਸੋਨਾ ਹੈਗੇ ਆ, ਤੇ ਬਾਕੀ ਸਾਰੇ ਜਿਹੜੇ ਪਿੱਤਲ ਆ ਤੇ ਖੋਟ ਵਾਲੇ ਹੈਗੇ ਆ। ਇਸ ਤਰ੍ਹਾਂ ਨਾ ਕਰੋ, ਤੁਸੀਂ ਆਪਣੀ ਗੱਲ ਰੱਖੋ, ਆਪਣੀ ਤਾਕਤ ਰੱਖੋ। ਕਿਹੜਾ ਮਾਡਲ ਹੈ ਇਹਨਾਂ ਦਾ? ਆ ਜਾ ਕੇ ਦੇਖੋ। ਆ ਜਿਹੜੇ ਹੁਣੇ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਖੋਲ੍ਹਿਆ ਆਮ ਆਦਮੀ ਕਲੀਨਿਕ, ਜਿਹਨੂੰ ਕਹਿੰਦੇ ਸੀ ਮਹੱਲਾ ਕਲੀਨਿਕ, ਉਹ ਦੂਸਰੇ ਦੀਆਂ ਪੁਰਾਣੀਆਂ ਬਿਲਡਿੰਗਾਂ ਨੂੰ ਪੋਚ ਪਾਚ ਕੇ ਖੋਲੀ ਜਾਂਦੇ। ਡਾਕਟਰ ਤੇ ਰਿਜ਼ਾਈਨ ਕਰਤੇ, ਇੱਕ ਚੌਥੇ ਦਿਨ ਕਰ ਗਿਆ, ਇੱਕ ਹੋਰ ਕਰ ਗਿਆ, ਡਾਕਟਰ ਹੈ ਨਹੀਂ। ਆ ਹੁਣੇ ਹੀ ਕੱਲ ਰਿਪੋਰਟ ਇੱਕ ਛਪੀ ਆ, ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਦੀਆਂ ਜਾਂ ਡਿਸਪੈਂਸਰੀਆਂ ਦੀਆਂ, ਸਬ ਸੈਂਟਰਾਂ ਦੀਆਂ 20% ਉਹਨਾਂ 'ਚੋਂ ਬੰਦ ਆ, ਨਾ ਸਟਾਫ ਆ, ਕਿਤੇ ਕੁਝ ਲੀਕ ਉੱਤੋਂ ਛੱਤ ਲੀਕ ਕਰ ਰਹੀ ਆ, ਕਿਤੇ ਕੁਛ ਨਹੀਂ ਆ, ਕਿਤੇ ਬਾਉਂਡਰੀ ਨਹੀਂ ਆ, ਕਿਤੇ ਬਿਲਡਿੰਗ ਟੱਟੀ। ਤੁਸੀਂ ਉਹਨਾਂ ਨੂੰ ਸਾਂਭ ਲਓ, ਉਹਨਾਂ ਨੂੰ ਚਲਾ ਲਓ ਯਾਰ। ਐਡਾ ਵੱਡਾ ਸਿਸਟਮ ਹੈ, ਇੰਨੀ ਜ਼ਮੀਨ ਹੈ, ਇੰਨਾ ਸਾਰਾ ਕੁਝ ਹੈਗਾ। ਤੁਸੀਂ ਆਪਣੇ ਕੇਜਰੀਵਾਲ ਨੂੰ ਖੁਸ਼ ਕਰਨ ਲਈ ਕੀ ਤਮਾਸ਼ੇ ਕਰਦੇ ਫਿਰਦੇ ਆ? ਜਾ ਕੇ ਕੇਜਰੀਵਾਲ ਦਾ ਤੁਸੀਂ ਸੁਣਿਆ, ਜਿਹੜਾ ਉਹਨੇ ਪਿੱਛੇ 4 ਦਿਨ ਪਹਿਲਾਂ ਭਾਸ਼ਣ ਦਿੱਤਾ ਸੋਧੀਆ ਦੇ ਨਾਲ ਜਾ ਕੇ, ਉਹਦੇ 'ਚ ਕੀ ਕਹਿੰਦਾ? ਦਿੱਲੀ ਮੇਂ ਹਮਨੇ
बिजली फ्री कर दी, दिल्ली में हमने पानी मुफ्त कर दिया, दिल्ली में हमने सेहत और शिक्षा मुफ्त कर दी, दिल्ली में हमने पता नहीं सारा कुछ ही मुफ्त हो गया। ਵੀ ਦਿੱਲੀ ਨਾ ਹੋ ਗਿਆ ਕਿਤੇ ਲੰਡਨ ਬਣਾਤਾ ਹੋਇਆ ਜਾਂ ਪੈਰਿਸ ਬਣਾਤਾ ਹੋਇਆ, ਉੱਥੇ ਰਹਿਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਇੰਨੀ ਪੋਲਿਊਸ਼ਨ ਆ, ਇੰਨੀ ਗੁਰਬਤ ਆ, ਇੰਨੀ ਨਸ਼ੇ ਆ, ਇੰਨਾ ਬੁਰਾ ਹਾਲ। ਜਾ ਕੇ ਤੁਸੀਂ ਸਲਮ ਝੁੱਗੀ ਝੌਂਪੜੀ 'ਚ ਜਾ ਕੇ ਤੇ ਦੇਖੋ ਕੀ ਹਾਲ ਆ। ਉਹ ਇੰਜ ਪੇਸ਼ ਕਰਦਾ ਕਿ ਦਿੱਲੀ ਤੇ ਹੁਣ ਬਸ ਬਿਲਕੁਲ ਤਾਜ ਮਹਿਲ ਵਾਂਗੂ ਜਿਤਨਾ ਸੁੰਦਰ, ਲੋਕ ਸਾਰੇ ਟੂਰਿਸਟ ਦੁਨੀਆ ਦੇ ਉੱਥੇ ਹੀ ਆ ਕੇ ਦੇਖਣ ਨੂੰ ਆ ਰਹੇ ਆ। ਇਸ ਕਿਸਮ ਦੇ ਸੇਲਜ਼ਮੈਨ ਕਰਨੀ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ। ਇਹ ਕਿੰਨੀ ਕੁ ਦਿਨ ਇਹਦੇ ਸਿਰ ਤੇ ਚੱਲੋਗੇ ਰੌਲੇ ਰੱਪੇ ਦੇ ਐਡਵਰਟਾਈਜ਼ਮੈਂਟ ਦੇ। ਅੱਜ ਤੁਸੀਂ ਅਜੀਤ ਦਾ ਅੱਜ ਦਾ ਅਖਬਾਰ ਦੇਖੋ, ਪੂਰਾ ਪੇਜ ਪੂਰਾ ਤੀਜੇ ਨੰਬਰ ਦਾ, ਔਰ ਥੱਲੇ ਨਿੱਕਾ ਜਿਹਾ ਲਿਖਿਆ ਐਡਵਰਟੋਰੀਅਲ, ਮਤਲਬ ਕਿ ਐਡਵਰਟਾਈਜ਼ਮੈਂਟ ਵੀ ਨਹੀਂ ਲਿਖਦੇ, ਐਡਵਰਟੋਰੀਅਲ। ਤੁਹਾਡੇ ਮੀਡੀਆ ਵਾਲੇ ਵੀ ਤਾਂ ਨਵੀਂ ਨਵੀਂ ਗੱਲ ਕੱਢਦੇ ਪੈਸੇ ਇਕੱਠੇ ਕਰ ਲਈ, ਤੇ ਵਿੱਚ ਖਬਰਾਂ ਲਾਈਆਂ ਕਿਤੇ ਭਗਵੰਤ ਮਾਨ ਦੀ। ਮੈਂ ਕਹਿੰਦਾ ਯਾਰ ਬੜੇ ਲੋਕ ਇਹਨਾਂ ਦੇ ਆ ਸੁਵਿਧਾ ਜਿਹੜੇ ਬਣਾਏ ਆ, ਮਹੱਲਾ ਕਲੀਨਿਕ ਬਣਾਏ ਆ, ਬੜੇ ਲੋਕ ਖੁਸ਼ ਆ, ਬੜੀਆਂ ਤਾੜੀਆਂ ਮਾਰ ਰਹੇ ਆ। ਇਹਨੇ ਵੀ ਕਹਿਤਾ, ਇਹਨੇ ਵੀ। ਉਹ ਮੈਂ ਥੱਲੇ ਦੇ ਕਹਿੰਦੇ ਹੈ ਹੀ ਐਡਵਰਟਾਈਜ਼ਮੈਂਟ। ਇਹ ਵੈਸੇ ਹੀ ਧੋਖਾਧੜੀ ਆ, ਇਹ ਬੰਦ ਹੋਣਾ ਚਾਹੀਦਾ। ਇਹਨਾਂ ਲੋਕਾਂ ਤੇ ਕੇਸ ਕਰਨਾ ਚਾਹੀਦਾ। ਤੁਸੀਂ ਸਾਡੀ ਵੀ ਐਡਵਰਟਾਈਜ਼ਮੈਂਟ ਕਰਨੀ ਤਾਂ ਉਸ ਫਾਰਮੈਟ 'ਚ ਕਰੋ। ਲੋਕਾਂ ਨੂੰ ਬੇਵਕੂਫ ਕਿਉਂ ਬਣਾ ਰਹੇ ਆ? ਇਸ ਤਰੀਕੇ ਨਾਲ ਪੈਸੇ ਖਰਚ ਕੇ ਪ੍ਰਚਾਰ ਕਰਕੇ ਆਪਣੇ ਮੂੰਹੋਂ ਮੀਆਂ ਮਿੱਠੂ ਬਣ ਕੇ ਕਿੰਨੀ ਦੇਰ ਤੁਸੀਂ ਪੰਜਾਬ 'ਚ ਰਾਜ ਕਰ ਲਓਗੇ, ਤੇ ਕਿੰਨੀ ਦੇਰ ਤੁਸੀਂ ਉੱਥੇ ਪ੍ਰਾਪੇਗੰਡਾ ਹਿਮਾਚਲ ਤੇ ਗੁਜਰਾਤ ਦੇ ਵਿੱਚ ਲੋਕਾਂ ਦਾ ਬੇਵਕੂਫ ਬਣਾ ਲਓਗੇ। ਅਕਸਰ ਇਹ ਵੀ ਸਵਾਲ ਹੋ ਜਾਂਦੇ ਨੇ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਕਿਉਂ ਬੋਲਦੇ ਆ। ਤਾਂ ਮੈਨੂੰ ਲੱਗਦਾ ਕਿ ਸਵਾਲ ਉਹਨਾਂ ਤੋਂ ਹੀ ਹੁੰਦੇ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੁੰਦੀ, ਪਰ ਅਸੀਂ ਨਾਲ ਦੀ ਨਾਲ ਦੂਜੀਆਂ ਧਿਰਾਂ ਦਾ ਵੀ ਜ਼ਿਕਰ ਕਰਦੇ ਚੱਲੀਏ। ਪੰਜਾਬ ਦੇ ਵਿੱਚ ਹਾਲਾਤ ਉਹਨਾਂ ਦੇ ਵੀ ਕੋਈ ਜ਼ਿਆਦਾ ਚੰਗੇ ਨਹੀਂ ਹੈਗੇ ਇਸ ਵੇਲੇ। ਕਾਂਗਰਸ ਦੀ ਗੱਲ ਕਰ ਲਈਏ, ਧਰਨਿਆਂ ਦੇ ਰਾਹ ਤੇ ਪਈ ਹੋਈ ਹੈ, ਪਰ ਨਾਲ ਦੀ ਨਾਲ ਉਹਨਾਂ ਦੇ ਸਾਬਕਾ ਮੰਤਰੀ ਜਿਹੜੇ ਨੇ ਉਹ ਕਹਿੰਦੇ ਨਿਸ਼ਾਨੇ ਤੇ ਨੇ, ਸਬੂਤ ਸਾਹਮਣੇ ਆ ਰਹੇ ਨੇ। ਭਰਤ ਭੂਸ਼ਣ ਆਸ਼ੂ ਦਾ ਅਸੀਂ ਜ਼ਿਕਰ ਕਰ ਲਈਏ, ਹੋਰ ਮੰਤਰੀਆਂ ਦਾ ਜ਼ਿਕਰ ਕਰ ਲਈਏ, ਕਹਿੰਦੇ ਰਡਾਰ ਤੇ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਕਾਰਵਾਈਆਂ ਹੋਣਗੀਆਂ। ਮੈਂ ਸ਼ੁਰੂ 'ਚ ਤੁਹਾਨੂੰ ਥੋੜੇ ਸ਼ਬਦਾਂ 'ਚ ਹੀ ਦੱਸ ਦਿੰਦਾ, ਜੋ ਅੱਜ ਅਸੀਂ ਭੁਗਤ ਰਹੇ ਹਾਂ ਬੀਜੇਪੀ ਦੇ ਵੱਲੋਂ, ਉਹਦੀ ਸਾਰੀ ਜ਼ਮੀਨ ਕਾਂਗਰਸ ਨੇ ਤਿਆਰ ਕੀਤੀ। ਮੈਂ ਇਹਦੋਂ ਵੱਧ ਕੀ ਕਹਾਂ। ਜੇ ਅੱਜ ਦੇਸ਼ ਦੇ ਅੰਦਰ ਇੰਨਾ ਧਰਮ ਦਾ ਬੋਲਬਾਲਾ ਰਾਜਨੀਤੀ 'ਚ ਹੋ ਗਿਆ, ਘੱਟ ਗਿਣਤੀਆਂ ਤੇ ਇੰਨਾ ਧੱਕੇਸ਼ਾਹੀ ਹੋ ਰਹੀ, ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਉੱਤੇ, CAA ਬਣਿਆ, ਕਸ਼ਮੀਰ ਦਾ ਕੀ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਕੋਰਟਾਂ ਵੀ ਆਪਣੇ ਕੇਸ ਨਹੀਂ ਆ। ਰਮਨਾ ਹੁਣੇ ਰਿਟਾਇਰ ਹੋਇਆ ਤੇ ਉਹਨਾਂ ਨੇ ਸਾਰਿਆਂ ਮੀਡੀਆ ਨੇ, ਜਿਹੜੇ ਚੰਗਾ ਮੀਡੀਆ ਬੋਲਦਾ ਜਿਹੜਾ ਜੀ, ਉਹਨਾਂ ਕਿਹਾ ਓਏ ਤੁਸੀਂ ਕੀ ਕੀਤਾ, ਤੂੰ ਇੱਕ ਵੀ ਕੇਸ ਨੂੰ ਅੱਗੇ ਨਹੀਂ ਤੋਰਿਆ, ਤੁਸੀਂ ਮਤਲਬ ਇਹ ਚੰਗੇ CGI 'ਚੋਂ ਆ। ਹਾਂ, ਤੇ ਉਹ ਕੋਈ ਕੇਸ ਨਹੀਂ ਖੋਲਿਆ। ਹਾਲਤ ਦੇਸ਼ ਦੇ ਅੰਦਰ ਕੋਈ ਮੂੰਹ ਨਹੀਂ ਖੋਲਣਾ ਚਾਹੁੰਦਾ। ਉਹਦੀ ਜ਼ਮੀਨ ਕਾਂਗਰਸ ਨੇ ਤਿਆਰ ਕਰਕੇ ਦਿੱਤੀ, ਉੱਥੇ ਉਹਨਾਂ ਨੇ ਫਸਲ ਬੀਜੀ ਆਪਣੀ ਇਹੋ ਜੀ ਨਫ਼ਰਤ ਦੀ। ਇਸ ਲਈ ਇਹਨਾਂ ਦੇ ਵਿੱਚ ਤੇ ਖਾਣ ਪੀਣ ਵਾਲੇ ਦੇ ਇਹਨਾਂ 'ਚ ਵੀ ਬਹੁਤ ਹੋਏ, ਇੱਕ ਨਹੀਂ ਹੈਗੇ। ਤਾਂ ਹੀ ਤੇ ਕੋਈ ਫਰਕ ਰਿਹਾ ਤੁਹਾਨੂੰ ਹੁਣ ਬੀਜੇਪੀ ਦਾ ਤੇ ਕਾਂਗਰਸ ਦਾ। ਆ 5 ਤੇ ਮਿਨਿਸਟਰ ਜਾ ਵੜੇ ਉੱਥੇ ਇੱਥੋਂ। ਹੁਣ ਗੁਲਾਮ ਨਬੀ ਆਜ਼ਾਦ ਕਹਿੰਦਾ, ਫਿਰ ਹੋਰ ਆਵੇ ਜਿਹੜਾ ਹਿਮਾਚਲ ਦਾ ਸੀ, ਮੈਨੂੰ ਤੇ ਸ਼ਰਮਾ ਜੀ ਵੀ ਕਹਿੰਦੇ ਲੱਗਦਾ ਏ ਸ਼ਾਇਦ ਕਿਸੇ ਵੇਲੇ ਵੀ ਟਿੰਡ ਫੋੜੀ। ਮਤਲਬ ਕੋਈ ਬਹੁਤਾ ਤਕਲੀਫ ਨਹੀਂ ਹੁੰਦੀ, ਇੰਜ ਲੱਗਦਾ ਵੀ ਆਪਣੇ ਹੀ ਭਰਾ ਆ, ਆਪਣੇ ਹੀ ਵਰਗੇ ਆ। ਫਿਰ ਕੀ ਹੈ ਜੇ ਉਧਰ ਚਾਚੇ ਤਾਏ ਦੇ ਭਰਾ ਹੁੰਦੇ ਜਿਵੇਂ, ਉਹਨਾਂ ਕੀ ਫਰਕ ਆ। ਬਸ ਇੱਕ ਬਿਲਕੁਲ ਰੱਤੀ ਭਰਦਾ। ਇਸ ਲਈ ਮੈਂ ਨਹੀਂ ਕੋਈ ਬਹੁਤਾ ਉਮੀਦ ਕਰਦਾ ਕਿ ਜਿਸ ਕਿਸਮ ਦੀ ਕਾਂਗਰਸ ਬਣ ਚੁੱਕੀ ਆ ਦੇਸ਼ ਦੇ ਵਿੱਚ, ਉਹ ਇਹਨਾਂ ਸ਼ਕਤੀਆਂ ਦਾ ਮੁਕਾਬਲਾ ਜਾਂ ਵਿਕਲਪ ਬਣ ਕੇ ਉੱਭਰ ਸਕਦੀ। ਇੱਕ ਬੜੀ ਅਹਿਮ ਚੀਜ਼ ਆ, ਅਕਾਲੀ ਦਲ ਦਾ ਜ਼ਿਕਰ ਕਰ ਲਈਏ। ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਹੋ ਗਈ, ਇੱਕ ਹਿਸਾਬ ਨਾਲ ਜ਼ਮਾਨਤ ਮਿਲੀ ਹੈ, ਤੇ ਮਾਹੌਲ ਇਦਾਂ ਦਾ ਸਿਰਜਿਆ ਗਿਆ ਕਿ ਆਜ਼ਾਦ ਹੀ ਹੋ ਗਏ, ਕੇਸ ਹੀ ਖਤਮ ਹੋ ਗਿਆ, ਤੇ ਜਰਨੈਲ ਨੂੰ ਜ਼ਮਾਨਤ ਦੀਆਂ ਚਰਚਾਵਾਂ ਚੱਲ ਰਹੀਆਂ। ਤੇ ਦੂਜੇ ਪਾਸੇ ਅਕਾਲੀ ਦਲ ਇਸ ਵੇਲੇ ਵੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲੇ ਵੀ ਪ੍ਰਧਾਨਗੀ ਦੀ ਜਿਹੜੀ ਚੋਟ ਹੈ ਉਹ ਵੱਜ ਰਹੀ ਹੈ ਕਿ ਪ੍ਰਧਾਨਗੀ ਕੋਈ ਹੋਰ ਕਿਸੇ ਦੇ ਹੱਥ ਹੋਣੀ ਚਾਹੀਦੀ। ਮਨਪ੍ਰੀਤ ਇਆਲੀ ਜ਼ਿਕਰ ਕਰ ਰਹੇ ਨੇ, ਚੰਦੂ ਮਾਜਰਾ ਜ਼ਿਕਰ ਕਰ ਰਹੇ ਨੇ, ਹੋਰ ਵੀ ਆਗੂ ਲਗਾਤਾਰ। ਅਕਾਲੀ ਦਲ ਨੂੰ ਨਜ਼ਰ ਆ ਰਿਹਾ ਸਾਰਾ ਕੁਝ ਸਹੀ ਹੋ ਰਿਹਾ ਕਿ ਜਾਂ ਅਕਾਲੀ ਦਲ ਦੀ ਹਲੇ ਦਿੱਕਤਾਂ ਬਹੁਤ ਨੇ? ਦੇਖੋ ਇੱਕ ਗੱਲ ਭੋਗਲ ਜੀ, ਮੈਨੂੰ ਇੰਜ ਲੱਗਦਾ, ਮੈਂ ਵੀ ਬੜਾ ਸੋਚਦਾ ਇਹ ਗੱਲ, ਵੀ ਉਹ ਐਡਾ ਕਿਹੜਾ ਸੱਪ ਸੁੰਘ ਗਿਆ ਇਹਨਾਂ ਨੂੰ, ਜਿਹੜੇ ਲੋਕ ਇਹਨਾਂ ਦਾ ਨਾਂ ਲੈਣ ਲੱਗੇ ਤਰਪਕ ਜਾਂਦੇ ਆ ਵੀ ਨਹੀਂ ਵੀ ਅਕਾਲੀ ਦਲ ਨਹੀਂ ਜੀ, ਇਹ ਤੇ ਹੁਣ ਸੁਖਬੀਰ ਬਾਦਲ ਨਹੀਂ। ਵੀ ਬਾਕੀ ਦੇ ਕਿਹੜੇ ਦੁੱਧ ਧੋਤੇ ਆ, ਉਹਨਾਂ ਤੋਂ ਇੰਨੇ ਨਹੀਂ ਤਰਪਕਦੇ। ਪਤਾ ਨਹੀਂ, ਜਾਂ ਤੇ ਇਹ ਹੈ ਕਿ ਇਹਨਾਂ ਨੂੰ ਇੱਕ ਸੱਚੀ ਸੁੱਚੀ ਧਾਰਮਿਕ ਇਸ਼ਟ ਵਾਲੀ ਪਾਰਟੀ ਮੰਨਿਆ ਹੋਇਆ ਸੀ, ਵੀ ਇਹਨਾਂ ਦੇ ਅਸੂਲ ਕਿਤੇ ਬੜੇ ਮਜ਼ਬੂਤ ਆ, ਉਹ ਟੁੱਟ ਨਹੀਂ ਸਕਦੇ। ਔਰ ਜਦੋਂ ਫਿਰ ਲੋਕਾਂ ਦੇ ਉਹ ਟੁੱਟੇ ਆ, ਦਿਲ ਟੁੱਟੇ ਆ, ਉਹ ਦੁਬਾਰਾ ਜੁੜਨੇ ਬੜੇ ਔਖੇ ਹੋ ਗਏ। ਮੈਨੂੰ ਲੱਗਦਾ ਕਿ ਧਰਮ ਜਿੱਥੇ ਤੁਹਾਨੂੰ ਬੜੀ ਸ਼ਕਤੀ ਬਖਸ਼ਦਾ, ਰਾਜਨੀਤਿਕ ਸ਼ਕਤੀ, ਪੰਥ, ਚਲੋ ਜੀ ਸਭ, ਸਿੱਖੀ ਨੂੰ ਖਤਰਾ, ਪੰਜਾਬੀਆਂ ਨੂੰ ਖਤਰਾ, ਚੱਲ ਪਏ। ਉਹਦੇ ਨਾਲ ਇੱਕ ਬੜੀ ਤੁਹਾਨੂੰ ਰੈਡੀ ਫੋਰਸ ਮਿਲਦੀ ਹੈਗੀ, ਸ਼ਕਤੀ ਮਿਲਦੀ ਰਾਜਨੀਤਿਕ, ਪਰ ਉਨੀ ਉਹ ਖਤਰਨਾਕ ਵੀ ਹੈਗੀ। ਉਹਨੂੰ ਸਾਂਭਣਾ ਵੀ ਓਨਾ ਹੀ ਔਖਾ, ਜਿਤਨਾ ਸ਼ੇਰ ਦੀ ਸਵਾਰੀ ਔਖੀ ਹੈ। ਉਹ ਜਦੋਂ ਸਾਂਭ ਨਹੀਂ ਸਕੇ, ਦੁਬਾਰਾ ਉਸ ਦੇ ਵਿੱਚ ਉਹ ਹੋਣਾ, ਮੈਨੂੰ ਲੱਗਦਾ ਕਿ ਇਹਨਾਂ ਲਈ ਕਾਫੀ ਮੁਸ਼ਕਲ ਹੋਇਆ।
ਕੁਛ ਨਾ ਕੁਛ ਤੇ ਇਹਨਾਂ ਨੂੰ ਉਹ ਜੇ ਇਹਨਾਂ ਨੇ ਪਾੜਾ ਜਿਹੜਾ ਪੈ ਗਿਆ ਲੋਕਾਂ ਦੇ ਵਿੱਚ ਤੇ ਇਹਨਾਂ ਦੀ ਰਾਜਨੀਤੀ ਵਿੱਚ ਜਾਂ ਇਹਨਾਂ ਦੇ ਵਿੱਚ ਫਰਕ ਪੈ ਚੁੱਕਾ, ਉਹਨੂੰ ਪਾੜੇ ਨੂੰ ਪੂਰਨ ਲਈ ਜਦ ਤੱਕ ਇਹ ਥੋੜਾ ਸੜਕਾਂ ਤੇ ਖੂਨ ਨਹੀਂ ਬਹਾਉਂਦੇ, ਕੁਰਬਾਨੀ ਨਹੀਂ ਕਰਦੇ। ਇਹਨਾਂ ਨੂੰ ਮੌਕੇ ਬਹੁਤ ਸੀ, ਕਰ ਸਕਦੇ ਸੀ। ਕਿਸਾਨਾਂ ਵੇਲੇ ਮੌਕੇ ਸੀ, 6 ਮਹੀਨੇ ਉੱਥੇ ਡਾਂਗਾ ਖਾਂਦੇ ਬੀਜੇਪੀ ਦੀਆਂ, ਆਪੇ ਸਾਰਾ ਠੀਕ ਹੋ ਜਾਣਾ ਸੀ। ਪੁਰਾਣੇ ਵੀ ਧੋਤੇ ਧੋਣ ਕੇ ਇਹਨੇ ਮੁੜ ਕੇ ਕਹਿਣਾ ਹੀ ਨਹੀਂ ਸੀ, ਮੁੜ ਕੇ ਨਹੀਂ ਸੀ ਕਹਿਣਾ ਕਿ ਤੁਸੀਂ ਬੀਜੇਪੀ ਦੇ ਨਾਲ ਇੰਜ ਕੀਤਾ ਇੰਜ ਕੀਤਾ। ਉਹਨੇ ਕਹਿਣਾ ਯਾਰ ਬੜਾ ਕੁੱਟਿਆ ਫਲਾਣੇ ਨੂੰ, ਸੁਖਬੀਰ ਬਾਦਲ ਨੂੰ ਅੰਦਰ ਸੁੱਟਤਾ, ਉਹ ਤੇ 6 ਮਹੀਨੇ ਲਾਇਆ, ਫਲਾਣੇ 4 ਮਹੀਨੇ ਲਾਇਆ, ਹੋਰ ਕੀ ਕਾਰਨ ਹੁਣ ਯਾਰ ਲੋਕਾਂ ਨੇ ਮਾਫ ਕਰ ਦੇਣਾ। ਇਹਨਾਂ ਨੇ ਅਜੇ ਕੀਤਾ ਨਹੀਂ। ਇਹਨਾਂ ਨੂੰ ਲੱਗਦਾ ਕਿ ਜੋੜ ਤੋੜ ਦੇ ਨਾਲ, ਪੁਰਾਣੀਆਂ ਚਲਾਕੀਆਂ ਦੇ ਨਾਲ ਸ਼ਾਇਦ ਦੁਬਾਰਾ ਸੱਤਾ ਆ ਜੂਗੀ। ਲੋਕ ਇੰਨੇ ਬੇਵਕੂਫ ਨਹੀਂ, ਇਹਨਾਂ ਨੂੰ ਵੱਡੀ ਕੁਰਬਾਨੀ ਕਰਨੀ ਪਊਗੀ ਆਪਣੀਆਂ ਗਲਤੀਆਂ ਦੇ ਉੱਤੇ ਪੋਚਾ ਪਾਉਣ ਲਈ। ਪ੍ਰੋਫੈਸਰ ਮਨਜੀਤ ਸਿੰਘ तमाम ਮਸਲਿਆਂ ਤੇ ਚਰਚਾ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਲਾਤ ਕੀ ਬਣੇ ਹੋਏ ਨੇ, ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ। ਜ਼ਿਆਦਾ ਸਵਾਲ ਅਕਸਰ ਸੱਤਾ ਧਿਰ ਤੋਂ ਹੁੰਦੇ ਨੇ, ਕਿਉਂਕਿ ਸੱਤਾ ਦੇ ਵਿੱਚ ਪਾਰਟੀ ਜਿਹੜੀ ਬੈਠੀ ਹੁੰਦੀ ਹੈ ਉਹਨੇ ਹੀ ਜਵਾਬ ਦੇਣਾ ਹੁੰਦਾ ਹੈ ਕਿ ਉਹ ਕੀ ਕੁਝ ਕਰ ਰਹੇ ਨੇ, ਉਹਨਾਂ ਨੇ ਵਾਅਦੇ ਕਿਹੜੇ ਕੀਤੇ ਤੇ ਕਿਸ ਤਰੀਕੇ ਨਾਲ ਰੋਡ ਮੈਪ ਤਿਆਰ ਕਰ ਰਹੇ ਨੇ। ਤੇ ਬਾਕੀ ਸਵਾਲ ਜਿਹੜੇ ਵਿਰੋਧੀ ਧਿਰਾਂ ਜਿਹੜੀਆਂ ਚੱਕ ਰਹੀਆਂ ਨੇ ਉਹਨਾਂ ਤੇ ਵੀ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਦਾ ਹਾਲ ਕੀ ਹੈਗਾ, ਕਾਂਗਰਸ ਦੇ ਸਾਹਮਣੇ ਚੁਣੌਤੀਆਂ ਕਿਹੜੀਆਂ ਨੇ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਵਿਚਾਰ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।